ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਤ ਬਾਮਨ ਕਬ ਕੇ ਹੋਏ, ਬਾਮਨ ਕਹਿ ਜਨਮ ਮਤ ਖੋਏ। ਭਗਤ ਕਬੀਰ ਜੀ ਰਾਮ ਦੇ ਉਪਾਸ਼ਕ ਸਨ। ਉਹਨਾਂ ਦਾ ਰਾਜਾ ਦਸ਼ਰਥ ਦਾ ਬੇਟਾ ਰਾਮ ਨਹੀਂ ਸੀ, ਸਗੋਂ ਉਹ ਰਾਮ ਜਿਹੜਾ ਘਟ ਵਿੱਚ ਵਸਦਾ ਹੈ। ਭਗਤ ਕਬੀਰ ਜੀ ਕਾਂਸ਼ੀ ਵਿੱਚ ਰਹਿ ਕੇ ਭਾਰਤੀ ਸੰਸਕ੍ਰਿਤੀ ਨਾਲ ਹਿੱਤ ਕਰਦੇ ਸਨ ਤੇ ਨਿਤ ਕਰਮ ਲਗਭਗ ਹਿੰਦੂ ਸੰਤਾਂ ਵਾਲੇ ਕਰਦੇ ਸਨ। ਭਗਤ ਕਬੀਰ ਜੀ ਤੜਕੇ ਉੱਠ ਕੇ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸਨ ਤੇ ਆਉਂਦੇ ਹੋਏ ਰਾਮ ਨਾਮ ਦਾ ਜਾਪ ਕਰਦੇ ਆਉਂਦੇ ਸਨ। ਇੱਕ ਦਿਨ ਤੜਕੇ ਹੀ ਜਦੋਂ ਭਗਤ ਕਬੀਰ ਜੀ ਇਸ਼ਨਾਨ ਕਰਨ ਗਏ ਤਾਂ ਇੱਕ ਬ੍ਰਾਹਮਣ ਜਿਹੜਾ ਇਸ਼ਨਾਨ ਕਰਕੇ ਆਇਆ ਸੀ, ਕਬੀਰ ਜੀ ਨੂੰ ਵੇਖ ਕੇ ਬੁੜ ਕਰਨ ਲੱਗ ਪਿਆ ਕਿ ਉਸ ਦਾ ਇਸ਼ਨਾਨ ਐਵੇਂ ਚਲਾ ਗਿਆ, ਨੀਚ ਜਾਤ ਦਾ ਜੁਲਾਹਾ ਮੱਥੇ ਲੱਗ ਗਿਆ। ਉਸ ਦੀ ਬੇਸਮਝੀ ਤੇ ਜਾਤ ਪਾਤ ਦਾ ਵਤੀਰਾ ਤੱਕ ਕੇ ਭਗਤ ਜੀ ਨੂੰ ਹਾਸਾ ਆ ਗਿਆ ਤੇ ਬ੍ਰਾਹਮਣ ਨਾਲ ਇਸ ਮਾਮਲੇ ਤੇ ਫੈਸਲੇ ਕਰਨ ਤੇ ਤੁਲ ਗਏ। ਆਪ ਘਾਟ ਉੱਤੇ ਖਲੋਤੇ ਰਹੇ। ਜਦੋਂ ਬ੍ਰਾਹਮਣ ਇਸ਼ਨਾਨ ਕਰਕੇ ਆਇਆ ਤਾਂ ਬੋਲੇ, ਪੰਡਤ ਮੁਕੰਦਾ ਜੀ ਰਾਮ ਰਾਮ। ਬ੍ਰਾਹਮਣ ਕਹਿੰਦਾ, ਹੈਂ ਤੇਰੀ ਚੰਡਾਲ ਦੀ, ਤੂੰ ਅਜੇ ਵੀ ਕਿਤੇ ਗਿਆ ਮਰਿਆ ਨਹੀਂ। ਕਬੀਰ ਜੀ ਨੇ ਕਿਹਾ, ਮਹਾਰਾਜ ਜਾਂਦਾ ਕਿਵੇਂ? ਤੁਸੀਂ ਇਸ਼ਨਾਨ ਕਰਕੇ ਜਾਂਦੇ ਤਾਂ ਹੇਠਾਂ ਗੰਗਾ ਵਿੱਚ ਇਸ਼ਨਾਨ ਕਰਦਾ, ਕੀ ਪਤਾ ਗੰਗਾ ਮਈਆ ਸਾਰੀ ਪਿੱਟੀ ਜਾਂਦੀ, ਫਿਰ ਤੁਸੀਂ ਲੋਕ ਇਸ਼ਨਾਨ ਕਿਵੇਂ ਕਰਦੇ? ਤੁਸੀਂ ਇੱਕ ਵਾਰ ਹੋਰ ਇਸ਼ਨਾਨ ਕਰ ਆਓ। ਸਿਆਲ ਦੇ ਦਿਨ ਸਨ। ਬ੍ਰਾਹਮਣ ਠਰਿਆ ਹੋਇਆ ਦੰਦੋਂ ਤਿੜਕੇ ਲੈ ਰਿਹਾ ਸੀ। ਉਹ ਔਖਾ ਸੁਖਾਲਾ ਗਿਆ ਤੇ ਮੁੜ ਇਸ਼ਨਾਨ ਕਰਕੇ ਆਇਆ। ਪਰ ਕਬੀਰ ਜੀ ਉੱਥੇ ਖਲੋਤੇ ਮੁੜ ਉਸ ਦੇ ਮੱਥੇ ਲੱਗ ਗਏ। ਐਨੇ ਨੂੰ ਹੋਰ ਪੰਡਤ ਆ ਗਏ ਤੇ ਰੌਲਾ ਪੈ ਗਿਆ ਤੇ ਉੱਥੇ ਬਹੁਤ ਭੀੜ ਇਕੱਠੀ ਹੋ ਗਈ। ਭੀੜ ਨੂੰ ਦੇਖ ਕੇ ਬ੍ਰਾਹਮਣਾਂ ਦੇ ਕਰੋਪ ਕੋਲੋਂ ਭਗਤ ਜੀ ਡਰੇ ਨਹੀਂ। ਡਰਦੇ ਵੀ ਕਿਵੇਂ? ਉਹਨਾਂ ਦਾ ਰਾਖਾ ਤਾਂ ਰਾਮ ਸੀ। ਆਪਣੇ ਰਾਮ ਉੱਤੇ ਭਗਤ ਕਬੀਰ ਜੀ ਬਹੁਤ ਭਰੋਸਾ ਰੱਖਦੇ ਸਨ। ਬ੍ਰਾਹਮਣਾਂ ਨੇ ਕਿਹਾ, ਕਬੀਰ ਇਹ ਤੁਸਾਂ ਵਾਸਤੇ ਠੀਕ ਨਹੀਂ ਜੋ ਪੰਡਤਾਂ ਦਾ ਧਰਮ ਭ੍ਰਿਸ਼ਟ ਕਰਦੇ ਹੋ। ਚੰਗਾ ਇਹ ਹੈ ਕਿ ਤੁਸੀਂ ਬਾਹਰ ਕਿਸੇ ਖੂਹ 'ਤੇ ਇਸ਼ਨਾਨ ਕਰ ਲਿਆ ਕਰੋ ਜਾਂ ਹੇਠਾਂ ਜਾ ਕੇ ਸ਼ੂਦਰ ਘਾਟ ਉੱਤੇ ਇਸ਼ਨਾਨ ਕਰ ਲਿਆ ਕਰੋ। ਲੜਨਾ ਝਗੜਨਾ ਠੀਕ ਨਹੀਂ। ਇੱਕ ਸਿਆਣੇ ਪੰਡਤ ਨੇ ਝਗੜਾ ਨਿਬੇੜਨ ਵਾਸਤੇ ਇਹ ਆਖਿਆ। ਉਸ ਦੀ ਗੱਲ ਸੁਣ ਕੇ ਭਗਤ ਕਬੀਰ ਜੀ ਹੱਸ ਪਏ ਤੇ ਉਹਨਾਂ ਨੇ ਆਖਿਆ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਤ ਬਾਮਣ ਕਬ ਕੇ ਹੋਏ, ਬਾਮਣ ਕਹਿ ਜਨਮ ਮਤ ਖੋਏ। ਹੇ ਬ੍ਰਾਹਮਣ ਦੇਵਤਾ ਜੀ, ਜਦੋਂ ਤੂੰ ਮਾਂ ਦੇ ਪੇਟ ਵਿੱਚ ਸੀ ਉਦੋਂ ਤਾਂ ਨਾ ਕੋਈ ਕੁਲ ਸੀ ਨਾ ਜਾਤ। ਬ੍ਰਹਮਾ ਦੇ ਬਣਾਏ ਹੋਏ ਸਾਰੇ ਜੀਵ ਜਨਮ ਲੈਂਦੇ ਹਨ। ਭਲਾ ਇਹ ਤਾਂ ਦੱਸ ਕਿ ਬ੍ਰਾਹਮਣ ਕਦੋਂ ਦੇ ਹੋਏ ਸੀ? ਕਦੋਂ ਪਹਿਲ ਹੋਈ? ਕੀ ਸ਼ੁਰੂ ਤੋਂ ਹੀ ਬ੍ਰਾਹਮਣ ਬਣਾ ਕੇ ਭੇਜਿਆ ਹੈ? ਐਸਾ ਨਹੀਂ ਹੈ। ਐਵੇਂ ਬ੍ਰਾਹਮਣ ਆਖ ਕੇ ਕਿਉਂ ਜਨਮ ਗਵਾਉਂਦੇ ਹੋ? ਜਨਮ ਕਰਕੇ ਨਾ ਕੋਈ ਸ਼ੂਦਰ ਹੈ ਨਾ ਬ੍ਰਾਹਮਣ। ਇਹ ਸਭ ਸੰਸਾਰ ਦੇ ਭੁਲੇਖੇ ਤੇ ਵੰਡਾਂ ਲੋਕਾਂ ਨੂੰ ਲੁੱਟਣ ਵਾਸਤੇ ਉਤਪੰਨ ਕੀਤੀਆਂ ਹੋਈਆਂ ਹਨ। ਕਬੀਰ ਜੀ ਦਾ ਇਹ ਬਚਨ ਸੁਣ ਕੇ ਬ੍ਰਾਹਮਣ ਚੁੱਪ ਹੋ ਗਏ। ਪਰ ਮੁਕੰਦ ਵੀ ਬੜਾ ਝਗੜਾਲੂ ਸੀ। ਉਸ ਨੂੰ ਵੀ ਪੁੱਠੀਆਂ ਸਿੱਧੀਆਂ ਬਹਿਸਾਂ ਕਰਦਿਆਂ ਹੋਇਆਂ 50 ਸਾਲ ਬੀਤ ਗਏ ਸਨ। ਉਹ ਆਖਣ ਲੱਗਾ, ਕਬੀਰ ਦੇਖ ਕਿਉਂ ਪੁੱਠੀਆਂ ਗੱਲਾਂ ਕਰਦਾ ਹੈ? ਲੋਕਾਂ ਨੂੰ ਕੁਰਾਹੇ ਪਾਉਣ ਦਾ ਕੀ ਲਾਭ? ਮੈਂ ਬ੍ਰਾਹਮਣ ਹਾਂ। ਮੇਰਾ ਬਾਪ ਦਾਦਾ ਤੇ ਨੱਕੜ ਦਾਦਾ ਬ੍ਰਾਹਮਣ ਸਨ। ਮੇਰੀ ਮਾਂ ਬ੍ਰਾਹਮਣੀ ਸੀ, ਮਾਤਾ ਬ੍ਰਾਹਮਣੀ ਤੇ ਬਾਪ ਬ੍ਰਾਹਮਣ ਹੋਣ ਤੇ ਮੈਂ ਬ੍ਰਾਹਮਣ ਹਾਂ। ਕਬੀਰ ਜੀ ਹੱਸ ਪਏ ਤੇ ਹੱਸ ਕੇ ਉਸ ਦਾ ਮੋਢਾ ਫੜ ਕੇ ਬੋਲੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਇਸ ਦਾ ਭਾਵ ਅਰਥ ਇਹ ਹੈ ਕਿ ਜੇ ਤੂੰ ਬ੍ਰਾਹਮਣੀ ਦੇ ਪੇਟੋਂ ਬ੍ਰਾਹਮਣ ਜੰਮਿਆ ਹੈ
ਤਾਂ ਤੂੰ ਜਨਮ ਕਿਸੇ ਹੋਰ ਰਾਹੋਂ ਕਿਉਂ ਨਹੀਂ ਲਿਆ? ਉਸੇ ਰਾਹ ਆਇਆ ਜਿਸ ਰਾਹ ਆਮ ਲੋਕ ਜਨਮ ਲੈਂਦੇ ਹਨ। ਕਬੀਰ ਜੀ ਦਾ ਭਾਵ ਹੈ ਕਿ ਸ਼ੂਦਰ, ਵੈਸ਼, ਖੱਤਰੀ ਤੇ ਬ੍ਰਾਹਮਣ ਸਾਰੇ 9 ਮਹੀਨੇ ਪੂਰੇ ਮਾਂ ਦੇ ਗਰਭ ਵਿੱਚ ਰਹਿੰਦੇ ਹਨ। ਪ੍ਰਭੂ ਸਭ ਨੂੰ ਪਾਲਦਾ ਹੈ ਤੇ ਜਦੋਂ 9 ਮਹੀਨੇ ਪੂਰੇ ਹੁੰਦੇ ਹਨ ਤਾਂ ਪ੍ਰਭੂ ਨੇ ਜੋ ਰਾਹ ਬੱਚੇ ਦੇ ਬਾਹਰ ਆਉਣ ਲਈ ਬਣਾਇਆ ਹੈ ਉਸੇ ਰਾਹ ਬਾਹਰ ਆਉਂਦਾ ਹੈ। ਜੇ ਪ੍ਰਭੂ ਨੇ ਜਾਤੀ ਦੀ ਵੰਡ ਕੀਤੀ ਹੁੰਦੀ ਜਾਂ ਉੱਚੇ ਤੋਂ ਨੀਵੇਂ ਪੈਦਾ ਕੀਤੇ ਹੁੰਦੇ ਤਾਂ ਉੱਚੀਆਂ ਜਾਤਾਂ ਦੇ ਜਨਮ ਵਾਸਤੇ ਵੀ ਕੋਈ ਵੱਖਰਾ ਰਾਹ ਕਾਇਮ ਕੀਤਾ ਹੁੰਦਾ। ਜੇ ਕੋਈ ਅਲੱਗ ਰਸਤਾ ਨਹੀਂ ਹੈ ਤਾਂ ਸਮਝੋ ਸਾਰੇ ਜੀਵ ਇੱਕੋ ਜਿਹੇ ਹਨ, ਕੋਈ ਅਛੂਤ ਨਹੀਂ ਤੇ ਕੋਈ ਸਵਰਨ ਨਹੀਂ। ਪੁਰਸ਼ ਕਰਮਾਂ ਨਾਲ ਹੀ ਉੱਚੇ ਨੀਵੇਂ ਹੁੰਦੇ ਹਨ। ਕਬੀਰ ਜੀ ਆਪ ਹੀ ਸਵਾਲ ਕਰਕੇ ਉਸ ਨੂੰ ਸੰਬੋਧਨ ਕਰਕੇ ਆਖਦੇ ਹਨ, ਸੁਣ ਮੁਕੰਦੇ, ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਤੇ ਮੈਂ ਕਿਵੇਂ ਸ਼ੂਦਰ ਹਾਂ? ਤੇਰੀਆਂ ਨਾੜਾਂ ਵਿੱਚ ਵੀ ਉਹੀ ਲਹੂ ਹੈ ਜੋ ਮੇਰੀਆਂ ਨਾੜਾਂ ਵਿੱਚ ਹੈ। ਸੰਸਾਰ ਦੇ ਸਭ ਮਨੁੱਖਾਂ ਦਾ ਲਹੂ, ਮਾਸ, ਹੱਡ, ਵਾਲ, ਦੰਦ, ਜੀਭਾਂ ਸਭ ਇੱਕੋ ਜਿਹੇ ਹਨ। ਕਹੋ ਕਬੀਰ, ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਜੋ ਪਰਮਾਤਮਾ ਦੀ ਵਿਚਾਰ ਕਰਦਾ ਹੈ ਤੇ ਰੱਬੀ ਗਿਆਨ ਦਾ ਗਿਆਨੀ ਹੈ, ਅਸੀਂ ਤਾਂ ਉਸ ਨੂੰ ਹੀ ਬ੍ਰਾਹਮਣ ਆਖਦੇ ਹਾਂ। ਭਾਵ ਜਨਮ ਕਰਕੇ ਕਿਸੇ ਨੂੰ ਬ੍ਰਾਹਮਣ ਨਹੀਂ ਆਖੀਦਾ। ਜਿਹੜਾ ਵਿਦਿਆ ਪੜ੍ਹ ਕੇ ਬ੍ਰਹਮ ਨੂੰ ਜਾਣੇ, ਉਸ ਦਾ ਸਿਮਰਨ ਕਰੇ, ਉਸ ਦੀ ਸਾਜੀ ਸ੍ਰਿਸ਼ਟੀ ਦੇ ਜੀਵਾਂ ਨਾਲ ਪਿਆਰ ਕਰੇ, ਅਸਲ ਵਿੱਚ ਉਹੀ ਬ੍ਰਾਹਮਣ ਹੈ। ਛੂਤ ਛਾਤ ਨੂੰ ਮੰਨਣ ਵਾਲੇ ਪੰਡਤ ਇਹ ਬ੍ਰਾਹਮਣ ਨਹੀਂ, ਇਹ ਭਿੱਖੀ ਲੋਕ ਹਨ, ਠੱਗ ਹਨ, ਜੋ ਪ੍ਰਭੂ ਨਾਲ ਠੱਗੀ ਕਰਨੋਂ ਨਹੀਂ ਟਲਦੇ। ਕਬੀਰ ਜੀ ਦੇ ਇਹਨਾਂ ਬਚਨਾਂ ਦਾ ਉੱਤਰ ਮੁਕੰਦੇ ਪੰਡਤ ਕੋਲ ਨਹੀਂ ਸੀ। ਉਹ ਤਾਂ ਜਨਮ ਕਰਕੇ ਬ੍ਰਾਹਮਣ ਸੀ। ਨਿਰੇ ਮੁਕੰਦਾ ਪੰਡਤ ਕੋਲ ਹੀ ਨਹੀਂ, ਸਗੋਂ ਸੰਸਾਰ ਦਾ ਇਸਤਰੀ ਪੁਰਸ਼ ਇਸ ਅਟਲ ਸੱਚਾਈ ਦੇ ਉਲਟ ਕੋਈ ਦਲੀਲ ਨਹੀਂ ਸੀ ਦੇ ਸਕਦਾ। ਸਭ ਜਾਤਾਂ, ਗੋਤਾਂ, ਕੁੱਲਾਂ ਤੇ ਮਤਾਂ ਨੂੰ ਕਾਇਮ ਕਰਨ ਵਾਲਾ ਮਰਦ ਹੈ। ਉਸਨੇ ਆਪਣੇ ਮਤਲਬ ਲਈ ਇਹ ਕੰਮ ਕੀਤਾ ਹੈ। ਸੱਚਾਈ ਨੂੰ ਸੁਣ ਕੇ ਬਨਾਰਸ ਦੇ ਬ੍ਰਾਹਮਣ ਪਿੱਟ ਉੱਠੇ, ਕਿਉਂਕਿ ਜੋ ਹਨੇਰੇ ਦੀ ਚਾਦਰ ਤਾਣ ਕੇ ਉਹ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਹੇ ਸਨ, ਉਸ ਹਨੇਰੇ ਨੂੰ ਕਬੀਰ ਜੀ ਉਡਾ ਰਹੇ ਸਨ। ਉਹ ਸਾਰੇ ਭੁਲੇਖੇ ਦੂਰ ਕਰਕੇ ਕਰੋੜਾਂ ਮਨੁੱਖਾਂ ਦਾ ਪੁਨਰ ਜਨਮ ਕਰਨਾ ਚਾਹੁੰਦੇ ਸਨ। ਉਹਨਾਂ ਨੇ ਪੰਡਤਾਂ ਨੂੰ ਗੁੱਸੇ ਨਾਲ ਇਹ ਸਾਰਾ ਸੱਚ ਸੁਣਾਇਆ। ਇਹ ਸੱਚ ਸੁਣ ਕੇ ਉਹ ਬੜੇ ਸੜੇ ਤੇ ਆਪੋ ਆਪਣੇ ਰਾਹ ਪਏ ਤੇ ਗਾਲਾਂ ਦਿੰਦੇ ਰਹੇ। ਪੰਡਤ ਮੁੜ ਕੇ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ ਤੁਰ ਪਿਆ। ਭੁੱਲੇ ਬ੍ਰਾਹਮਣ ਨੂੰ ਰਾਹੇ ਪਾਉਣ ਵਾਸਤੇ ਭਗਤ ਕਬੀਰ ਜੀ ਦੇ ਰਾਮ ਨੇ ਕਬੀਰ ਜੀ ਦੀ ਸਹਾਇਤਾ ਕੀਤੀ। ਜਦੋਂ ਮੁਕੰਦਾ ਗੰਗਾ ਵਿੱਚ ਇਸ਼ਨਾਨ ਕਰਨ ਲੱਗਾ ਤਾਂ ਪ੍ਰਭੂ ਨੇ ਮਾਇਆ ਦੇ ਛਲ ਨਾਲ ਭਗਤ ਕਬੀਰ ਜੀ ਨੂੰ ਮੁਕੰਦੇ ਦੇ ਨਾਲ ਇਸ਼ਨਾਨ ਕਰਦਿਆਂ ਹੋਇਆਂ ਦਰਸਾਇਆ। ਇਹ ਦੇਖ ਕੇ ਮੁਕੰਦਾ ਘਬਰਾ ਗਿਆ ਤੇ ਹੱਥ ਪੈਰ ਮਾਰਨ ਲੱਗਾ। ਜੇ ਮੁਕੰਦੇ ਨੇ ਦੂਸਰੇ ਪਾਸੇ ਧਿਆਨ ਮਾਰਿਆ ਤਾਂ ਉਧਰ ਵੀ ਕਬੀਰ ਜੀ ਖਲੋਤੇ ਹੱਸ ਰਹੇ ਸਨ। ਜਿੱਧਰ ਉਹ ਦੇਖੇ ਉਧਰ ਹੀ ਕਬੀਰ ਜੀ। ਮੁਕੰਦਾ ਹੈਰਾਨ ਹੋ ਕੇ ਘਬਰਾ ਗਿਆ। ਉਹ ਤਰਲੋ ਮੱਛੀ ਹੁੰਦਾ ਹੋਇਆ ਜਦੋਂ ਬਾਹਰ ਨਿਕਲਣ ਲੱਗਾ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਧੌਣ ਪਰਨੇ ਗੰਗਾ ਵਿੱਚ ਡਿੱਗ ਪਿਆ। ਉਸ ਵੇਲੇ ਕਬੀਰ ਰੂਪ ਬ੍ਰਾਹਮਣ ਨੇ ਉਸ ਨੂੰ ਬੋਚ ਲਿਆ ਤੇ ਖੜਾ ਕਰਕੇ ਆਖਿਆ, ਮੁਕੰਦ, ਦਿਲ ਦੇ ਵਹਿਮ ਛੱਡ ਦੇ। ਹਰ ਮਨੁੱਖ ਮਨੁੱਖ ਹੈ, ਜਾਤ ਕਰਕੇ ਕੋਈ ਸ਼ੂਦਰ ਨਹੀਂ। ਕਬੀਰ ਜੀ ਦੇ ਚਰਨੀ ਡਿੱਗ ਪਓ। ਸੱਚ ਮੁਕੰਦੇ ਦੇ ਮਨ ਤੇ ਨਾ ਬੈਠਾ। ਉਹ ਗੁੱਸੇ ਨਾਲ ਭਰਿਆ ਪੀਤਾ ਆਪਣੇ ਘਰ ਵੱਲ ਭੱਜ ਗਿਆ। ਜਦੋਂ ਉਹ ਘਰ ਗਿਆ ਤਾਂ ਉਸ ਨੂੰ ਪੂਜਾ ਪਾਠ ਤੇ ਖਾਣਾ ਪੀਣਾ ਭੁੱਲ ਗਿਆ। ਉਹ ਭਗਤ ਕਬੀਰ ਜੀ ਨੂੰ ਗਾਲਾਂ ਕੱਢਣ ਲੱਗ ਪਿਆ। ਖੈਰ, ਪੰਡਤਾਣੀ ਨੇ ਉਸ ਨੂੰ ਕੋਈ ਧੀਰਜ ਦਵਾਈ, ਸਤਿਕਾਰ ਨਾਲ ਬਿਠਾਇਆ ਤੇ ਭੋਜਨ ਛਕਣ ਦੀ ਪ੍ਰੇਰਨਾ ਕੀਤੀ। ਉਹ ਬੈਠ ਗਿਆ। ਜਦੋਂ ਉੱਠਿਆ, ਥਾਲੀ ਚੁੱਕ ਕੇ ਸੁੱਟ ਦਿੱਤੀ ਤੇ ਚੌਂਤਰੇ ਤੋਂ ਬਾਹਰ ਹੋ ਗਿਆ। ਉਹ ਭਗਤ ਕਬੀਰ ਜੀ ਨੂੰ ਗਾਲਾਂ ਕੱਢ ਰਿਹਾ ਸੀ। ਉਸ ਦੀ ਇਹ ਹਾਲਤ ਦੇਖ ਕੇ ਬ੍ਰਾਹਮਣੀ ਹੈਰਾਨ ਹੀ ਨਾ ਹੋਈ, ਸਗੋਂ ਡਰ ਗਈ। ਉਸਨੇ ਜਾਣਿਆ ਕਿ ਉਸਦੇ ਪਤੀ ਨੂੰ ਸਰਸਾਮ ਹੋ ਗਿਆ ਤੇ ਪਾਗਲ ਹੋ ਗਿਆ ਹੈ। ਉਸ ਨੂੰ ਬਿਪਤਾ ਪੈ ਗਈ। ਉਹ ਘਾਬਰ ਕੇ ਪੁੱਛਣ ਲੱਗੀ, ਕੀ ਗੱਲ ਹੋਈ? ਕਬੀਰ ਜੀ ਨੂੰ ਕਿਉਂ ਗਾਲਾਂ ਕੱਢੀ ਜਾਂਦੇ ਹੋ? ਉਹ ਤਾਂ ਪ੍ਰਭੂ ਭਗਤ ਹਨ। ਮੁਕੰਦੇ ਨੇ ਆਖਿਆ, ਮੇਰੇ ਨਾਲ ਬੈਠਾ ਰੋਟੀ ਖਾ ਰਿਹਾ ਸੀ, ਨੀਚ ਜਾਤ ਮੇਰੇ ਨਾਲ ਲੱਗਦਾ ਹੈ। ਜਦੋਂ ਮੁਕੰਦੇ ਨੇ ਇਹ ਆਖਿਆ ਤਾਂ ਪੰਡਤਾਣੀ ਦੀ ਤਾਂ ਖਾਨਿਓ ਗਈ। ਉਹ ਆਖਣ ਲੱਗੀ, ਹੇ ਭਗਵਾਨ, ਇਹ ਕੀ ਮਾਇਆ ਵਰਤੀ? ਇਹ ਪਾਗਲ ਹੋ ਗਿਆ। ਮੈਂ ਬੈਠੀ ਸਾਂ,
ਨਾ ਕਬੀਰ ਆਇਆ, ਨਾ ਉਸ ਦਾ ਪਰਛਾਵਾਂ, ਮੈਂ ਹੀ ਇਕੱਲੀ ਸਾਂ। ਇਹ ਕੀ ਆਖਦੇ ਹੋ? ਤੁਸਾਂ ਨੂੰ ਵਹਿਮ ਪੈ ਗਿਆ ਹੈ। ਇਹ ਸੁਣ ਕੇ ਮੁਕੰਦਾ ਕੱਪੜਿਆਂ ਤੋਂ ਬਾਹਰ ਹੋ ਗਿਆ ਤੇ ਬੜੇ ਕ੍ਰੋਧ ਨਾਲ ਆਖਣ ਲੱਗਾ, ਤੈਨੂੰ ਨਹੀਂ ਦਿਸਦਾ ਤੂੰ ਅੰਨੀ ਹੈ। ਕਬੀਰ ਮੇਰੇ ਨਾਲ ਬੈਠਾ ਖਾ ਰਿਹਾ ਸੀ। ਕਬੀਰ ਹੁਣ ਵੀ ਮੇਰੇ ਨਾਲ ਖਲੋਤਾ ਹੈ, ਪਰਛਾਵੇਂ ਵਾਂਗ ਮੇਰੇ ਨਾਲ ਚੰਬੜ ਗਿਆ ਹੈ। ਮੈਂ ਕੀ ਕਰਾਂ? ਸ਼ੂਦਰ ਕਬੀਰ, ਚੁੜੇਲ ਤੂੰ ਨਹੀਂ ਜਾਣਦੀ। ਪੰਡਤਾਣੀ ਨੇ ਆਖਿਆ, ਕੀ ਤੁਸੀਂ ਉਹਦੇ ਨਾਲ ਲੜ ਪਏ ਸੀ? ਮੁਕੰਦੇ ਨੇ ਆਖਿਆ, ਆਹੋ, ਉਹ ਸਵੇਰੇ ਮੱਥੇ ਲੱਗਾ ਸੀ, ਇੱਕ ਵਾਰ ਨਹੀਂ ਕਈ ਵਾਰੀ। ਪੰਡਤਾਣੀ ਨੇ ਆਖਿਆ, ਉਸ ਕੋਲੋਂ ਖਿਮਾ ਮੰਗ ਲਓ, ਉਹ ਹਰੀ ਭਗਤ ਹੈ, ਪਰਮਾਤਮਾ ਉਸ ਦੀ ਸੁਣਦਾ ਹੈ। ਮੁਕੰਦਾ ਬੋਲਿਆ, ਹੈਂ, ਇਹ ਕੀ ਆਖਿਆ? ਬ੍ਰਾਹਮਣ ਸ਼ੂਦਰ ਕੋਲੋਂ ਖਿਮਾ ਮੰਗੇ? ਬ੍ਰਾਹਮਣ ਸ਼ੂਦਰ ਦੀ ਪੈਰੀ ਪਵੇ? ਹੇ ਪ੍ਰਭੂ, ਕਲਯੁਗ ਹਨੇਰ, ਇਹ ਨਹੀਂ ਹੋ ਸਕਦਾ। ਮੈਂ ਕਬੀਰ ਦਾ ਸਿਰ ਪਾੜ ਦੇਣਾ ਹੈ। ਹਟ ਜਾ ਪਰੇ, ਮੈਂ ਉਹਨੂੰ ਮਾਰ ਦਿਆਂਗਾ। ਉਹ ਜਾਦੂਗਰ ਨਹੀਂ, ਮੇਰੇ ਮਨ ਦਾ ਡਰ ਹੈ। ਮੇਰੀਆਂ ਅੱਖਾਂ ਕਬੀਰ ਜੀ ਨੂੰ ਦੇਖ ਰਹੀਆਂ ਹਨ। ਮੈਂ ਮਾਰ ਦਿਆਂਗਾ। ਇਹ ਸ਼ੂਦਰ ਹੈ, ਬ੍ਰਾਹਮਣ ਨਹੀਂ ਬਣ ਸਕਦਾ। ਇਹ ਆਖ ਕੇ ਮੁਕੰਦਾ ਬਾਹਰ ਨੂੰ ਚਲਾ ਗਿਆ ਤੇ ਹੱਥ ਵਿੱਚ ਵੱਟਾ ਲੈ ਗਿਆ ਤੇ ਅਨੋਖੀ ਹੀ ਗੱਲ ਹੋਈ। ਅੱਗੇ ਅੱਗੇ ਪੰਡਤ ਮੁਕੰਦਾ ਤੇ ਪਿੱਛੇ ਉਹਦੀ ਇਸਤਰੀ ਦੋਵੇਂ ਸਨ ਤੇ ਤੋੜ ਨੱਸੇ ਜਾਂਦੇ ਸਨ। ਇਸਤਰੀ ਨੇ ਰੌਲਾ ਪਾਇਆ, ਫੜੋ, ਮੇਰਾ ਪਤੀ ਪਾਗਲ ਹੋ ਗਿਆ, ਫੜੋ ਵੇ ਲੋਕੋ, ਫੜੋ, ਕਿਸੇ ਦਾ ਖੂਨ ਕਰ ਦੇਵੇਗਾ। ਤਾਂ ਮੈਂ ਕੀ ਕਰਾਂਗੀ, ਇਸ ਨੂੰ ਫੜ ਲਓ। ਇਸਤਰੀ ਦੇ ਰੌਲੇ ਨੂੰ ਸੁਣ ਕੇ ਪੰਡਤ ਮੁਕੰਦੇ ਦੇ ਪਿੱਛੇ ਲੋਕੀ ਦੌੜ ਪਏ। ਲੋਕਾਂ ਨੂੰ ਪਿੱਛੇ ਆਉਂਦਿਆਂ ਦੇਖ ਕੇ ਮੁਕੰਦਾ ਹੋਰ ਜ਼ੋਰ ਨਾਲ ਭੱਜਣ ਲੱਗਾ। ਨੱਸਦੇ ਦੀ ਧੋਤੀ ਖੁੱਲ੍ਹ ਗਈ। ਉਸ ਨੂੰ ਇਕੱਠੀ ਕਰਦਾ ਹੋਇਆ ਵੀ ਭੱਜਿਆ ਗਿਆ। ਰੌਲਾ ਪੈ ਗਿਆ। ਪੰਡਤ ਮੁਕੰਦਾ ਪਾਗਲ ਹੋ ਗਿਆ। ਇਸ ਤਰ੍ਹਾਂ ਲੋਕ ਕਹਿੰਦੇ ਜਾ ਰਹੇ ਸਨ। ਜਿਸ ਨੇ ਵੀ ਮੁਕੰਦੇ ਨੂੰ ਦੇਖਿਆ, ਲੋਕ ਇਕੱਠੇ ਹੋ ਗਏ ਤੇ ਰੌਲਾ ਵੱਧ ਗਿਆ। ਕਬੀਰ ਜੀ ਇਸ਼ਨਾਨ ਕਰਕੇ ਅਜੇ ਘਰ ਨਹੀਂ ਸੀ ਪੁੱਜੇ। ਅਜੇ ਰਾਹ ਵਿੱਚ ਹੀ ਜਾ ਰਹੇ ਸਨ ਕਿ ਮੁਕੰਦੇ ਦਾ ਉਹਨਾਂ ਨਾਲ ਮੇਲ ਹੋ ਗਿਆ। ਮੁਕੰਦੇ ਨੇ ਹੱਥ ਵਿੱਚ ਪੱਕੀ ਇੱਟ ਫੜੀ ਹੋਈ ਸੀ। ਕਬੀਰ ਜੀ ਨੂੰ ਦੇਖਦੇ ਸਾਰ ਉਸਨੇ ਜ਼ੋਰ ਨਾਲ ਉਹ ਇੱਟ ਕਬੀਰ ਜੀ ਨੂੰ ਮਾਰੀ। ਇੱਟ ਕਬੀਰ ਜੀ ਦੇ ਮੱਥੇ ਵਿੱਚ ਵੱਜੀ। ਇੱਟ ਟੁੱਟ ਕੇ ਭੌਂ ਤੇ ਡਿੱਗ ਪਈ, ਪਰ ਕਬੀਰ ਜੀ ਨੂੰ ਸੱਟ ਨਾ ਲੱਗੀ, ਨਾ ਕੋਈ ਦਾਗ ਪਿਆ। ਇਸ ਤਰ੍ਹਾਂ ਵੱਜੀ ਜਿਵੇਂ ਫੁੱਲ ਵੱਜਦਾ ਹੈ ਤੇ ਲਹੂ ਵੀ ਨਹੀਂ ਨਿਕਲਿਆ। ਲੋਕੀ ਦੇਖ ਕੇ ਬਹੁਤ ਹੈਰਾਨ ਹੋਏ। ਉਹਨਾਂ ਨੇ ਪਹਿਲਾਂ ਤਾਂ ਜਾਣਿਆ ਸ਼ਾਇਦ ਕਬੀਰ ਜੀ ਡਿੱਗ ਪੈਣਗੇ। ਕਬੀਰ ਜੀ ਨੂੰ ਕ੍ਰੋਧ ਨਹੀਂ ਆਇਆ। ਉਹ ਆਪਣੇ ਸੁਭਾਅ ਅਨੁਸਾਰ ਮੁਸਕਰਾ ਪਏ ਤੇ ਬੋਲੇ, ਕਿਉਂ ਪੰਡਤ ਜੀ, ਇੰਨੇ ਕ੍ਰੋਧਵਾਨ ਕਿਉਂ ਜੇ? ਇਹ ਆਖਣ ਦੀ ਢਿੱਲ ਸੀ ਕਿ ਮੁਕੰਦੇ ਦਾ ਗੁੱਸਾ ਲੱਥ ਗਿਆ। ਉਸ ਨੂੰ ਗਿਆਨ ਹੋ ਗਿਆ। ਉਸ ਦੇ ਕਪਾਟ ਖੁੱਲ੍ਹ ਗਏ। ਉਸ ਦੀ ਜਨਮ ਜਨਮ ਦੀ ਸੁੱਤੀ ਆਤਮਾ ਦੀ ਕਾਲਖ ਧੋਤੀ ਗਈ। ਕੁੰਦਨ ਹੋ ਕੇ ਪੰਡਤ ਮੁਕੰਦ ਕਬੀਰ ਜੀ ਦੇ ਚਰਨਾਂ ਉੱਤੇ ਡਿੱਗ ਪਿਆ। ਉਸਨੇ ਕਬੀਰ ਜੀ ਦੇ ਚਰਨ ਫੜ ਲਏ। ਲੋਕੀ ਵੀ ਨੇੜੇ ਪੁੱਜ ਗਏ ਤੇ ਚੁੱਪਚਾਪ ਦੇਖਣ ਲੱਗੇ ਕਿ ਕੀ ਕੌਤਕ ਵਰਤ ਰਿਹਾ ਹੈ। ਕਬੀਰ ਜੀ ਨੇ ਮੁਕੰਦੇ ਨੂੰ ਚਰਨਾਂ ਤੋਂ ਉਠਾਇਆ ਤੇ ਆਖਿਆ, ਮੁਕੰਦੇ, ਉੱਠ, ਰਾਮ ਕਹੋ। ਰਾਮ ਨੇ ਤੇਰੇ ਤੇ ਕਿਰਪਾ ਕੀਤੀ ਹੈ। ਰਾਮ ਦੀ ਮਹਿਮਾ ਕਰਿਆ ਕਰ। ਉਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਬੀਰ ਜੀ ਨੇ ਫਰਮਾਇਆ, ਹਮ ਘਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ, ਮੇਰੀ ਜਿਹਬਾ ਬਿਸਨ ਨੈਨ ਨਾਰਾਇਣ, ਹਿਰਦੈ ਬਸੇ ਗੋਬਿੰਦਾ, ਜਬ द्वार जब पूछस बवरे, तब क्या कहस मुकंदा, हम गोरू तुम ग्वार गोसाई, जन्म जन्म रखवारे, कबहू ना पार उतार चराए हो, कैसे खसम हमारे, तू बामण मैं कासिक जुल्हा, बूझो मोर ज्ञाना, तुम तो जाचे भूपत राजे, हर सो मोर ध्याना। पंडितो, साडे घर तां सूत्र दीयां ताणीਆਂ ਤਣੀਆਂ ਜਾਂਦੀਆਂ ਹਨ। ਤੁਸੀਂ ਦੋ ਕਰਤੀਆਂ ਸੂਤਰ ਗਲ ਪਾ ਕੇ ਆਖਦੇ ਹੋ ਜਨੇਊ ਪਾਇਆ ਹੋਇਆ ਹੈ। ਤੁਸੀਂ ਤਾਂ ਸਿਰਫ ਇੱਕ ਤੰਦ ਹੀ ਪਾਈ ਫਿਰਦੇ ਜੇ, ਅਸੀਂ ਤਾਂ ਤਾਣੀਆਂ ਚੁੱਕੀ ਫਿਰਦੇ ਹਾਂ। ਮੇਰੀ ਜ਼ੁਬਾਨ ਤਾਂ ਪ੍ਰਭੂ ਦਾ ਨਾਮ ਜਪਦੀ ਹੈ ਤੇ ਅੱਖਾਂ ਵਿੱਚ ਨਰਾਇਣ ਵਸਦਾ ਹੈ। ਹੇ ਮੁਕੰਦੇ, ਜਦੋਂ ਪਰਮਾਤਮਾ ਤੇਰੇ ਕੋਲੋਂ ਪੁੱਛੇਗਾ ਤਾਂ ਦੱਸ ਕੀ ਉੱਤਰ ਦੇਵੇਂਗਾ? ਅਸੀਂ ਤਾਂ ਗਵਾਰ ਸੀ ਤੇ ਤੁਸੀਂ ਸਾਡੇ ਰਾਖੇ ਮਾਲਕ ਬਣ ਰਹੇ, ਪਰ ਹਜ਼ਾਰਾਂ ਸਾਲ ਤੋਂ ਤੁਸਾਂ ਨੇ ਅਸਾਂ ਦਾ ਪਾਰ ਉਤਾਰਾ ਨਾ ਕੀਤਾ। ਤੂੰ ਤਾਂ ਬ੍ਰਾਹਮਣ ਹੈ ਤੇ ਮੈਂ ਕਾਂਸ਼ੀ ਦਾ ਜੁਲਾਹਾ ਹਾਂ। ਮੇਰੇ ਗਿਆਨ ਨੂੰ ਸਮਝ। ਤੂੰ ਸਦਾ ਰਾਜਿਆਂ ਦੀ ਝਾਕ ਰੱਖਦਾ,
ਤੇ ਉਹਨਾਂ ਵੱਲ ਤੱਕਦਾ ਹਾਂ, ਪਰ ਅਸਾਂ ਦਾ ਧਿਆਨ ਪ੍ਰਭੂ ਪਰਮਾਤਮਾ ਵੱਲ ਹੈ। ਅਸੀਂ ਰਾਤ ਦਿਨ ਉਸ ਕੋਲੋਂ ਹੀ ਮੰਗਦੇ ਹਾਂ। ਇਸ ਤਰ੍ਹਾਂ ਮੁਕੰਦੇ ਪੰਡਤ ਨੂੰ ਗਿਆਨ ਹੋਇਆ ਤੇ ਉਹ ਰਾਜੀ ਬਾਜੀ ਪੰਡਤਾਣੀ ਨਾਲ ਵਾਪਸ ਮੁੜ ਗਿਆ ਤੇ ਅੱਗੇ ਤੋਂ ਕਬੀਰ ਜੀ ਦਾ ਭਗਤ ਬਣ ਗਿਆ। ਸੋ ਸਾਧ ਸੰਗਤ ਜੀ, ਐਸੀ ਹੈ ਰਾਮ ਦੀ ਸ਼ਕਤੀ। ਸਾਧ ਸੰਗਤ ਜੀ, ਅੱਜ ਕੱਲ੍ਹ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ। ਜਿਹੜੇ ਉੱਚੀ ਜਾਤ ਵਿੱਚ ਪੈਦਾ ਹੋ ਕੇ ਹੰਕਾਰ ਕਰਦੇ ਹਨ ਤੇ ਆਪਣੇ ਨਾਮ ਦੇ ਪਿੱਛੇ ਹੰਕਾਰ ਸਹਿਤ ਹੋ ਕੇ ਆਪਣੀ ਜਾਤ ਲਿਖਦੇ ਹਨ, ਉਹ ਅਗਲੇ ਜਨਮ ਵਿੱਚ ਨੀਚ ਜਾਤੀ ਵਿੱਚ ਪੈਦਾ ਹੁੰਦੇ ਹਨ। ਇਹ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ। ਇਸੇ ਲਈ ਹੀ 10ਵੇਂ ਪਾਤਸ਼ਾਹ ਨੇ ਸਾਰਿਆਂ ਦੇ ਨਾਮ ਦੇ ਪਿੱਛੇ ਸਿੰਘ ਲਗਾਤਾ ਸੀ ਤੇ ਜਾਤ-ਪਾਤ ਖਤਮ ਕਰਤੀ ਸੀ। ਪਰ ਸਾਨੂੰ ਅਕਲ ਫੇਰ ਵੀ ਨਾ ਆਈ। ਅਸੀਂ ਉੱਦਾਂ ਦੇ ਉੱਦਾਂ ਹੀ ਰਹੇ। ਕੋਈ ਵਿਰਲਾ ਹੀ ਹੈ ਜਿਹੜਾ ਇਸ ਚੀਜ਼ ਨੂੰ ਸਮਝਦਾ ਹੈ। 10ਵੇਂ ਪਾਤਸ਼ਾਹ ਨੇ ਤਾਂ ਸਿੰਘ ਤੇ ਸਿੰਘਣੀ ਦਾ ਅੱਧਾ ਨਾਮ ਲੈਣ ਵਾਲੇ ਨੂੰ ਵੀ ਤਨਖਾਹੀਆ ਆਖਿਆ ਹੈ। ਸੋ ਇਸ ਲਈ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ। ਪੂਰਾ ਨਾਮ ਲੈ ਕੇ ਬੁਲਾਉਣਾ ਚਾਹੀਦਾ ਹੈ ਤੇ ਸਿੰਘ ਤੇ ਕੌਰ ਆਪਣੇ ਨਾਮ ਦੇ ਪਿੱਛੇ ਲਗਾਉਣਾ ਚਾਹੀਦਾ ਹੈ ਤੇ ਆਪਣੀ ਜਾਤ ਨਹੀਂ ਲਿਖਣੀ ਚਾਹੀਦੀ। ਉਹੀ ਉੱਚੀ ਜਾਤ ਵਾਲਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਬਾਕੀ ਸਭ ਨੀਚ ਜਾਤ ਹੀ ਗਿਣੇ ਜਾਂਦੇ ਹਨ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਬਿਨ ਨਾਵੈ ਸਭ ਨੀਚ ਜਾਤ ਹੈ, ਬਿਸ਼ਟਾ ਕਾ ਕੀੜਾ ਹੋਏ। ਪ੍ਰਭੂ ਦੇ ਨਾਮ ਤੋਂ ਸਖਣੀ ਸਾਰੀ ਲੁਕਾਈ ਹੀ ਨੀਵੀਂ ਜਾਤ ਵਾਲੀ ਹੈ। ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਧ ਵਿੱਚ ਟਿਕੀ ਰਹਿੰਦੀ ਹੈ, ਜਿਵੇਂ ਵਿਸ਼ਟੇ ਦਾ ਕੀੜਾ ਵਿਸ਼ਟਾ ਵਿੱਚ ਮਗਨ ਰਹਿੰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।